आएंगे यीशु मसीह ओ लेके बाहर आज की रात। आएंगे यीशु मसीह ओ लेके बाहर आज की रात। बेकरारों के लिए ओ लेके करार आज की रात। आएंगे यीशु मसीह ओ लेके बाहर आज की रात। आके दी बैतलहम में फरिश्तों ने खबर। आके दी बैतलहम में फरिश्तों ने खबर। आने वाले हैं मसीह ओ आज की रात आज की रात। आएंगे यीशु मसीह ओ लेके बाहर आज की रात। बेकरारों के लिए ओ लेके करार आज की रात। दुनिया में पैदा हुए आज यीशु मसीह। दुनिया में पैदा हुए आज यीशु मसीह। इसलिए दुनिया में छाया है खुमार आज की रात। आएंगे यीशु मसीह ओ लेके बाहर आज की रात। बेकरारों के लिए ओ लेके करार आज की रात। आएंगे यीशु मसीह ओ लेके बाहर आज की रात। बेकरारों के लिए ओ लेके करार आज की रात। आएंगे यीशु मसीह ओ लेके बाहर आज की रात। बेकरारों के लिए ओ लेके करार आज की रात। आएंगे यीशु मसीह ओ लेके बाहर आज की रात। इज़राइल दे परमेश्वर जिहदे मोरे सत जोता जगदियां। हे परमेश्वर तुसी महान, तुहाडा नाम महान। जीसस तुहाडे नाम दे विच असीं तुहाडे चरणां विच आए। हे पिता अज की संगत मीटिंग उत्ते अपनी आशीर्वाद अपनी बरकत देनी। प्रभु जिथे तक साडी आवाज़ जाती है जो भी सुनता तुहाडे बचनां परमेश्वर उन्होंने आशीर्वाद दे। उन्होंने दे दिलां नूं उन्होंने दे मनां नूं खोल तुहाडे बचन समझण दे लई। हे परमेश्वर उन्होंने दियां आत्मिक अखां तो पड़दियां नूं दूर कर ताकि वह तुहाडी सच्चाई की रोशनी नूं देख सकन। हे पिता तुसी धन तुहाडे काम धन। हे परमेश्वर तुसी महान हो। तुहाडे हत्थां विच पिता असीं अज दी मीटिंग दिंदे हां। तुहाडी पवित्र आत्मा की बरकत मंगदे हां जीसस दे नाम द्वारा
ਆਮੀਨ। रोमियो का 8वां अध्याय ਅਸੀਂ 11ਵੀਂ ਐਦ ਤੋਂ ਪੜ੍ਹਦੇ ਹਾਂ। 11ਵੀਂ ਐਦ। ਅਤੇ ਜੇ ਉਹ ਆਤਮਾ ਜਿਸ ਨੇ ਯਿਸੂ ਨੂੰ ਮੁਰਦਿਆਂ ਵਿੱਚੋਂ ਜਵਾਇਆ ਤੁਹਾਡੇ ਵਿੱਚ ਵਸਦਾ ਹੈ, ਤਾਂ ਜਿਸ ਨੇ ਮਸੀਹ ਯਿਸੂ ਨੂੰ ਮੁਰਦਿਆਂ ਵਿੱਚੋਂ ਜਿਵਾਇਆ ਉਹ ਆਪਣੇ ਆਤਮਾ ਦੇ ਵਸੀਲੇ ਨਾਲ ਜਿਹੜਾ ਤੁਹਾਡੇ ਵਿੱਚ ਵਸਦਾ ਹੈ ਤੁਹਾਡੀ ਮਰਨਹਾਰ ਦਈਆਂ ਨੂੰ ਵੀ ਜਿਵਾਏਗਾ। ਸੋ ਇੱਥੇ ਜਾਣੀ ਕਿ ਸੰਤ ਸਾਨੂੰ ਦੱਸਦੇ ਉਹ ਆਤਮਾ ਜਿਸ ਨੇ ਜੀਸਸ ਨੂੰ ਜੀਂਦੇ ਕੀਤਾ ਅਤੇ ਜਿਸ ਨੇ ਜੀਸਸ ਨੂੰ ਕਬਰਾਂ ਤੋਂ ਬਾਹਰ ਕੱਢਿਆ, ਉਹਦੇ ਮੁਰਦੇ ਸਰੀਰ ਦੇ ਵਿੱਚ ਜੀਂਦਾ ਉਹਨੂੰ ਕੀਤਾ। ਅਗਰ ਉਹਦੀ ਆਤਮਾ ਸਾਡੇ ਅੰਦਰ ਰਹਿੰਦੀ ਆ ਤਾਂ ਸਾਡੇ ਮੁਰਦਾ ਸਰੀਰ ਨੂੰ ਵੀ ਉਹਦੀ ਆਤਮਾ ਜੀਂਦੀ ਕਰੂਗੀ। ਬਾਈਬਲ ਦੱਸਦੀ ਆ ਜੀਸਸ ਨੇ ਕਿਹਾ ਕਿ ਉਹਦੇ ਸੰਤਾਂ ਦੀਆਂ ਕਬਰਾਂ ਖੁੱਲਣਗੀਆਂ, ਕਿ ਉਹ ਜਿਹੜੇ ਉਹਦੀ ਆਵਾਜ਼ ਸੁਣਦੇ ਆ ਚਾਹੇ ਉਹ ਕਬਰਾਂ ਦੇ ਵਿੱਚ ਵੀ ਆ ਉਹ ਬਾਹਰ ਨਿਕਲਣਗੇ। ਕਿ ਜਿਸ ਤਰ੍ਹਾਂ ਪਵਿੱਤਰ ਆਤਮਾ ਨੇ ਜੀਸਸ ਨੂੰ ਮੁਰਦਿਆਂ ਤੋਂ ਜੀਂਦੇ ਕੀਤਾ, ਉਸੇ ਤਰ੍ਹਾਂ ਪਰਮੇਸ਼ਵਰ ਦੀ ਆਤਮਾ ਜੋ ਸਾਡੇ ਅੰਦਰ ਰਹਿੰਦੀ ਆ ਉਹ ਸਾਡੀ ਮਰਨਹਾਰ ਦਈਆਂ ਨੂੰ ਵੀ ਜੀਂਦੇ ਕਰੂੰਗਾ। ਸਰੀਰਕ ਤੌਰ ਤੇ ਅਸੀਂ ਮਰ ਰਹੇ ਹਾਂ, ਦਿਨੋਂ ਦਿਨ ਸਾਡਾ ਸਰੀਰ ਮਰ ਰਿਹਾ, ਦਿਨੋਂ ਦਿਨ ਸਾਡਾ ਸਰੀਰ ਬੁੱਢਾ ਹੋਈ ਜਾਂਦਾ ਅਤੇ ਮੌਤ ਵੱਲ ਜਾਈ ਜਾਂਦਾ। ਪਰ ਜਿਹੜੀ ਸਾਡੀ ਅੰਦਰ ਆਤਮਾ ਆ ਉਹ ਦਿਨੋਂ ਦਿਨ ਮਰਦੀ ਨਹੀਂ ਆ ਬਲਕਿ ਜੀਂਦੀ ਆ। ਦਿਨੋਂ ਦਿਨ ਉਹ ਨਵੀਂ ਤੇ ਤਕੜੀ ਹੁੰਦੀ ਜਾਂਦੀ ਆ ਪਰਮੇਸ਼ਵਰ ਦੇ ਵਿੱਚ, ਤਾਂ ਉਹਦੇ ਬਚਨਾਂ ਦੇ ਵਿੱਚ। ਤਾਂ ਉਹਦੀ ਆਤਮਾ ਸਰੀਰ ਮਰਦਾ ਪਰ ਅੰਦਰ ਸਾਡੀ ਜਿਹੜੀ ਆਤਮਾ ਆ ਉਹ ਜੀਂਦੀ ਆ, ਉਹ ਨਹੀਂ ਮਰਦੀ ਨਾ ਬੁੜਾ ਹੁੰਦੀ ਆ, ਕਿਉਂਕਿ ਪਵਿੱਤਰ ਆਤਮਾ ਸਾਡੀ ਆਤਮਾ ਨੂੰ ਉਹ ਜੀਵਨ ਦਿੰਦਾ ਆ। ਸੋ ਸਾਡੀਆਂ ਦਈਆਂ ਇੱਕ ਦਿਨ ਜੀਂਦੀਆਂ ਹੋਣਗੀਆਂ। ਪਰਮੇਸ਼ਵਰ ਸਾਨੂੰ ਨਵੀਂ ਦੇਹੀ ਦੇਵੇਗਾ। ਬਾਈਬਲ ਦੱਸਦੀ ਆ ਕਿ ਤੁਰੀ ਦੀ ਆਵਾਜ਼ ਨਾਲ ਜੀਸਸ ਆਵੇਗਾ, ਮਹਾਨ ਦੂਤ ਤੁਰੀ ਵਜਾਣਗੇ, ਬੱਦਲ ਪਾਟਣਗੇ, ਜੀਸਸ ਬਦਲਾਂ ਵਿੱਚ ਆਉਂ। ਬਾਈਬਲ ਦੱਸਦੀ ਕਿ ਜਿਹੜੇ ਮਰੇ ਹੋਏ ਸੰਤ ਆ ਉਹ ਜੀਂਦੇ ਹੋਣਗੇ। ਥੈਸਲੋਨੀਕਾ ਦੀ ਕਿਤਾਬ ਦੇ ਵਿੱਚ ਲਿਖਿਆ ਅੱਖ ਦੀ ਝਮਕ ਦੇ ਨਾਲ ਉਹਨਾਂ ਦੀਆਂ ਦਈਆਂ ਬਦਲ ਜਾਣਗੀਆਂ। ਇਸ ਦੇਹੀ ਨੂੰ ਛੱਡ ਕੇ ਪਰਮੇਸ਼ਵਰ ਸਾਨੂੰ ਆਤਮਿਕ ਸਰੀਰ ਤੋਂ, ਉਹ ਸਰੀਰ ਨਾ ਬੁੜਾ ਹੁੰਦਾ ਨਾ ਕਦੇ ਮਰਦਾ, ਉਹ ਸਰੀਰ ਜਿਹਦੇ ਉੱਤੇ ਨਾ ਕੋਈ ਦੁੱਖ ਲੱਗਦਾ ਅਤੇ ਨਾ ਕੋਈ ਤਕਲੀਫ ਹੈ। ਸੋ ਜਿਸ ਆਤਮਾ ਨੇ ਜੀਸਸ ਨੂੰ ਜੀਂਦੇ ਕੀਤਾ ਉਹੀ ਪਵਿੱਤਰ ਆਤਮਾ ਸਾਡੇ ਅੰਦਰ ਆ। ਉਹੀ ਸਾਡੀ ਉਹ ਪਵਿੱਤਰ ਆਤਮਾ ਸਾਡੀ ਮਰਨਹਾਰ ਦਈਆਂ ਨੂੰ ਵੀ ਜੀਂਦੇ ਕਰੂੰਗਾ। ਸੋ हे ਭਰਾਵੋ ਅਸੀਂ ਕਰਜ਼ਦਾਰ ਹਾਂ ਪਰ ਸਰੀਰ ਦੇ ਨਹੀਂ, ਜੋ ਸਰੀਰ ਅਨੁਸਾਰ ਉਮਰ ਕੱਟੀਏ।
ਜੇ ਸਰੀਰ ਅਨੁਸਾਰ ਉਮਰ ਕੱਟਾਂਗੇ ਤਾਂ ਤੁਹਾਨੂੰ ਮਰਨਾ ਪਵੇਗਾ। ਜੇ ਆਤਮਾ ਨਾਲ ਦੇਹੀ ਦੇ ਕਾਰਜਾਂ ਨੂੰ ਮਾਰੋ ਤੁਸੀਂ ਜੀਓਗੇ। ਅਸੀਂ ਹੁਣ ਸਰੀਰਕ ਨਹੀਂ, ਕਿਉਂਕਿ ਹੁਣ ਪਰਮੇਸ਼ਵਰ ਨੇ ਸਾਨੂੰ ਆਪਣੀ ਪਵਿੱਤਰ ਆਤਮਾ ਦਿੱਤੀ ਆ। ਉਹਦੀ ਆਤਮਾ ਸਾਡੇ ਅੰਦਰ ਵਸਦੀ ਹੈ। ਅਸੀਂ ਜੀਸਸ ਉੱਤੇ ਯਕੀਨ ਕੀਤਾ ਹੈ। ਹੁਣ ਅਸੀਂ ਸਰੀਰਕ ਨਹੀਂ ਪਰ ਆਤਮਿਕ ਆ। ਤਾਂ ਹੁਣ ਅਸੀਂ ਆਪਣੀ ਜਿਹੜੀ ਉਮਰ ਦੁਨੀਆ ਵਿੱਚ ਕੱਟਦੇ ਆ ਉਹ ਸਰੀਰ ਦੇ ਕੰਮਾਂ ਦੇ ਨਾਲ ਨਾ, ਜਿਹਦੇ ਬਾਰੇ ਪਿਛਲੇ ਹਫ਼ਤੇ ਅਸੀਂ ਦੇਖਿਆ ਸੀ, ਸਰੀਰ ਦੇ ਕੰਮ ਉਹ ਕਰਨ ਨਾਲ ਨਹੀਂ, ਕਿਉਂਕਿ ਅਸੀਂ ਸਰੀਰਕ ਨਹੀਂ ਆ। ਸਾਨੂੰ ਉਹਨਾਂ ਕੰਮਾਂ ਤੋਂ ਦੂਰ ਰਹਿਣਾ ਚਾਹੀਦਾ। ਅਸੀਂ ਕਰਜ਼ਾ ਦੇਣਾ ਸਰੀਰ ਦਾ ਨਹੀਂ, ਆਤਮਾ ਦਾ। ਹੁਣ ਜਿਹੜੀ ਉਮਰ ਅਸੀਂ ਕੱਟਦੇ ਹਾਂ ਪ੍ਰਭੂ ਦੇ ਵਿੱਚ, ਉਸ ਦੇ ਵਿੱਚ ਅਸੀਂ ਆਤਮਾ ਦੇ ਫਲ ਲੈ ਕੇ ਆਈਏ ਅਤੇ ਆਤਮਾ ਦੇ ਕੰਮਾਂ ਨੂੰ ਕਰੀਏ ਤੇ ਬੁਰੇ ਕੰਮਾਂ ਤੋਂ ਆਪਣੇ ਆਪ ਨੂੰ ਅਸੀਂ ਰੋਕੀਏ, ਕਿਉਂਕਿ ਹੁਣ ਅਸੀਂ ਸਰੀਰਕ ਨਹੀਂ ਆ, ਹੁਣ ਅਸੀਂ ਆਤਮਿਕ ਆ, ਕਿਉਂਕਿ ਉਹਦੀ ਆਤਮਾ ਸਾਨੂੰ ਦਿੱਤੀ ਗਈ। ਉਹਦੀ ਆਤਮਾ ਸਾਡੇ ਵਿੱਚ ਹੈ। 14ਵੀਂ ਐਤ, ਜਿਨਨੇ ਪਰਮੇਸ਼ਵਰ ਦੇ ਆਤਮਾ ਦੀ ਗਵਾਹੀ ਨਾਲ ਚੱਲਦੇ ਹਨ ਉਹ ਪਰਮੇਸ਼ਵਰ ਦੇ ਪੁੱਤਰ ਆ। ਇਹ ਫਿਕਰਾ ਬਹੁਤ ਜ਼ਰੂਰੀ ਆ ਸਾਡੇ ਲਈ। ਇੱਥੇ ਕਿ ਬਾਈਬਲ ਸਾਫ਼ ਦੱਸਦੀ ਆ ਕਿ ਕੱਲੀ ਪਵਿੱਤਰ ਆਤਮਾ ਹਾਸਲ ਕਰਨ ਨਾਲ ਅਸੀਂ ਸਵਰਗ ਨੂੰ ਨਹੀਂ ਜਾਵਾਂਗੇ, ਪਰ ਉਦੋਂ ਜਾਵਾਂਗੇ ਜਦੋਂ ਅਸੀਂ ਪਵਿੱਤਰ ਆਤਮਾ ਦਾ ਕਹਿਣਾ ਮੰਨਦੇ ਹਾਂ, ਜਦੋਂ ਅਸੀਂ ਪਵਿੱਤਰ ਆਤਮਾ ਦੇ ਕਹੇ ਅਨੁਸਾਰ ਚੱਲਦੇ ਹਾਂ, ਤਾਂ ਅਸੀਂ ਜੀਵਨ ਪ੍ਰਾਪਤ ਕਰਾਂਗੇ। ਕਈਆਂ ਨੇ ਪਵਿੱਤਰ ਆਤਮਾ ਹਾਸਲ ਕੀਤੀ, ਅਜੀਬ ਜ਼ੁਬਾਨ ਵਿੱਚ ਉਹ ਬੋਲ ਸਕਦੇ ਆ, ਭਵਿੱਖ ਬਾਣੀਆਂ ਕਰ ਸਕਦੇ ਆ, ਬਲਕਿ ਉਹਨਾਂ ਦੀ ਜਿਹੜੀ ਜ਼ਿੰਦਗੀ ਆ ਉਹ ਪਰਮੇਸ਼ਵਰ ਦੇ ਨਾਲ ਸਹੀ ਨਹੀਂ ਆ। ਉਹਦੀ ਆਤਮਾ ਦੇ ਕਹੇ ਅਨੁਸਾਰ ਉਹ ਨਹੀਂ ਚੱਲਦੇ। ਇਸ ਕਰਕੇ ਚਾਹੇ ਉਹਨਾਂ 'ਚ ਰੱਬ ਦੀ ਆਤਮਾ ਵਸਦੀ ਆ, ਉਹ ਤਾਂ ਵੀ ਮਰਨਗੇ, ਨਰਕ ਵਿੱਚ ਜਾਣਗੇ, ਕਿਉਂਕਿ ਪਵਿੱਤਰ ਆਤਮਾ ਦੇ ਕਹਿਣੇ ਵਿੱਚ ਉਹ ਨਹੀਂ ਆ। ਦੇਖੋ, ਪਰਮੇਸ਼ਵਰ ਸਭਨਾਂ ਦਾ ਪਿਤਾ ਆ। ਕਾਰ ਕਿਸ ਤਰ੍ਹਾਂ ਦਾ ਪਿਤਾ? ਕਿਉਂਕਿ ਉਸਨੇ ਸਾਰਿਆਂ ਨੂੰ ਬਣਾਇਆ, ਸਾਰੀ ਸ੍ਰਿਸ਼ਟੀ ਉਸਨੇ ਬਣਾਈ। ਉਹ ਫਰਿਸ਼ਤਿਆਂ ਦਾ ਪਿਤਾ ਆ, ਉਹ ਇਨਸਾਨ ਦਾ ਵੀ ਪਿਤਾ ਆ। ਪਰ ਅਫਸੋਸ ਦੀ ਗੱਲ ਇਹ ਆ, ਅਸੀਂ ਸਾਰੇ ਪਰਮੇਸ਼ਵਰ ਦੇ ਬੱਚੇ ਨਹੀਂ ਆ। ਉਹ ਪਿਤਾ ਆ ਕਿਉਂਕਿ ਉਸਨੇ ਬਣਾਈਆਂ ਚੀਜ਼ਾਂ, ਪਰ ਅਸੀਂ ਉਹਦੇ ਬੱਚੇ ਨਹੀਂ ਆ। ਸਾਰੇ ਲੋਕ ਪਰਮੇਸ਼ਵਰ ਦੇ ਬੱਚੇ ਨਹੀਂ ਆ। ਜੀਸਸ ਨੇ ਯਹੂਦੀਆਂ ਨੂੰ ਕਿਹਾ ਕਿ ਤੁਸੀਂ ਆਪਣੇ ਪਿਤਾ ਸ਼ੈਤਾਨ ਦੇ ਬੱਚੇ ਆ, ਕਿ ਜਿਹੜਾ ਆਦਮੀ ਸ਼ੈਤਾਨ ਦੇ ਕੰਮ ਕਰਦਾ ਉਹ ਪਰਮੇਸ਼ਵਰ ਦਾ ਬੱਚਾ ਨਹੀਂ ਆ, ਉਹ ਸ਼ੈਤਾਨ ਦੀ ਔਲਾਦ ਆ। ਤੁਸੀਂ ਜਿਹਦਾ ਕਹਿਣਾ ਮੰਨਦੇ ਆ ਉਹਦੇ ਤੁਸੀਂ ਗੁਲਾਮ ਆ। ਅਗਰ ਅਸੀਂ ਪਰਮੇਸ਼ਵਰ ਦਾ ਕਹਿਣਾ ਮੰਨੀਏ ਅਸੀਂ ਉਹਦੇ ਆ, ਪਰ ਜੇ ਅਸੀਂ ਸ਼ੈਤਾਨ ਦਾ ਕਹਿਣਾ ਮੰਨਦੇ ਤਾਂ ਅਸੀਂ ਸ਼ੈਤਾਨ ਦੇ ਆ। ਕਈ ਲੋਕੀ ਜੀਸਸ ਦੇ ਵਿੱਚ ਆਉਂਦੇ ਹੋਏ, ਉਹਨੂੰ ਮੰਨਦੇ ਹੋਏ, ਪਵਿੱਤਰ ਆਤਮਾ ਹਾਸਲ ਕਰਦੇ ਹੋਏ ਉਹ ਬੇਆਗਿਆਕਾਰੀ ਵਿੱਚ ਰਹਿੰਦੇ ਆ। ਉਹ ਹਜੇ ਵੀ ਆਪਣੇ ਪਾਪਾਂ ਵਿੱਚ ਰਹਿੰਦੇ ਆ, ਉਹਨਾਂ ਦੇ ਕੰਮ ਹਜੇ ਵੀ ਬਦਲੇ ਨਹੀਂ। ਇਸ ਕਰਕੇ ਰੱਬ ਨੂੰ ਜਾਣਦੇ ਹੋਏ ਵੀ ਉਹ ਰੱਬ ਦੇ ਨਹੀਂ ਬਲਕਿ ਸ਼ੈਤਾਨ ਦੇ ਆ। ਬਾਈਬਲ ਕਹਿੰਦੀ ਜਿਹਦਾ ਤੁਸੀਂ ਕਹਿਣਾ ਮੰਨਦੇ ਆ ਉਹਦੀ ਤੁਸੀਂ ਔਲਾਦ ਆ। ਜੂਡਸ ਜੀਸਸ ਦੇ ਨਾਲ ਸੀ। ਜੂਡਸ ਨੂੰ ਸ਼ਕਤੀਆਂ ਦਿੱਤੀਆਂ ਗਈਆਂ, ਉਹ ਵੀ ਬਿਮਾਰਾਂ ਨੂੰ ਠੀਕ ਕਰ ਸਕਦਾ ਸੀ, ਸ਼ੈਤਾਨਾਂ ਨੂੰ ਲੋਕਾਂ ਵਿੱਚੋਂ ਬਾਹਰ ਕੱਢ ਸਕਦਾ ਸੀ। ਜੋ ਬਾਕੀ ਦੇ ਰਸੂਲ ਕਰ ਸਕਦੇ ਸੀ ਉਹ ਜੂਡਸ ਇਸਕੈਰੀਓਟ ਵੀ ਕਰ ਸਕਦਾ ਸੀ, ਉਹ ਵੀ ਰਸੂਲ ਸੀ। ਪਰ ਰਸੂਲ ਹੁੰਦੇ ਹੋਏ ਵੀ ਉਹਦੀ ਜ਼ਿੰਦਗੀ ਰੱਬ ਦੇ ਵਿੱਚ ਨਹੀਂ ਸੀ। ਉਹ ਰੱਬ ਦੀ ਆਤਮਾ ਦੀ ਆਗਿਆ ਦੇ ਵਿੱਚ ਨਹੀਂ ਸੀ ਚੱਲਿਆ। ਜੀਸਸ ਨੇ ਵੀ ਕਿਹਾ ਕਿ ਆ ਤੁਹਾਨੂੰ ਮੈਂ 12 ਨੂੰ ਚੁਣਿਆ ਨਹੀਂ, ਤੁਹਾਡੇ ਵਿੱਚੋਂ ਇੱਕ ਸ਼ੈਤਾਨ ਆ। ਉਸੇ ਤਰ੍ਹਾਂ ਜਦੋਂ ਰੱਬ ਸਾਨੂੰ ਆਤਮਾ ਦਿੰਦਾ, ਉਹ ਆਤਮਾ ਤਾਂ ਦਿੰਦਾ ਕਿ ਅਸੀਂ ਆਤਮਾ ਦੇ ਕਹਿਣੇ ਨੂੰ ਮੰਨੀਏ, ਆਤਮਾ ਦੇ ਵਿੱਚ ਰਹੀਏ।
ਆਤਮਾ ਦੀ ਆਗਿਆ ਦੇ ਵਿੱਚ ਚੱਲੀਏ ਤਾਂ ਫਿਰ ਅਸੀਂ ਰੱਬ ਦੇ ਪੁੱਤ ਧੀਆਂ ਬਣਦੇ ਹਾਂ। ਸੋ ਅਸੀਂ ਪਰਮੇਸ਼ਵਰ ਦੇ ਬੱਚੇ ਬਣਦੇ ਹਾਂ ਜਦੋਂ ਅਸੀਂ ਜੀਸਸ ਤੇ ਯਕੀਨ ਰੱਖਦੇ ਹਾਂ। ਪਵਿੱਤਰ ਆਤਮਾ ਸਾਨੂੰ ਪਰਮੇਸ਼ਵਰ ਦੀ ਮਰਜ਼ੀ, ਉਹਦੇ ਬਚਨਾਂ ਦੀ ਆਗਿਆਕਾਰੀ ਵੱਲ ਲੈ ਜਾਓ। ਪਰਮੇਸ਼ਵਰ ਦੀ ਆਤਮਾ ਸਾਨੂੰ ਕਦੇ ਵੀ ਰੱਬ ਦੇ ਉਲਟ ਨਹੀਂ ਲੈ ਕੇ ਜਾਓ। ਤੁਹਾਨੂੰ ਕਦੇ ਵੀ ਪਵਿੱਤਰ ਆਤਮਾ ਕੁਝ ਕਰਨ ਨੂੰ ਨਹੀਂ ਕਹੂੰਗੀ ਜੋ ਰੱਬ ਦੇ ਬਚਨਾਂ ਦੇ ਖਿਲਾਫ ਹੋਵੇ। ਅੱਜ ਕੱਲ੍ਹ ਦੇ ਲੋਕੀ ਪਰਮੇਸ਼ਵਰ ਦੀ ਆਤਮਾ ਦਾ ਕਹਿਣਾ ਨਹੀਂ ਮੰਨਦੇ, ਉਹ ਆਪਣੀਆਂ ਸੋਚਾਂ ਵਿਚਾਰਾਂ ਦਾ ਕਹਿਣਾ ਮੰਨਦੇ ਜਾਂ ਆਵਾਜ਼ਾਂ ਦਾ ਕਹਿਣਾ ਮੰਨਦੇ ਹੋ। ਕਈ ਲੋਕੀ ਕਹਿੰਦੇ ਹੋ ਰੱਬ ਮੇਰੇ ਨਾਲ ਬੋਲਿਆ, ਰੱਬ ਨੇ ਮੈਨੂੰ ਆਹ ਕਰਨ ਲਈ ਕਿਹਾ ਜਾਂ ਰੱਬ ਨੇ ਮੈਨੂੰ ਉਹ ਕਰਨ ਲਈ ਕਿਹਾ। ਤਾਂ ਜਦੋਂ ਤੁਸੀਂ ਰੱਬ ਦੇ ਬਚਨਾਂ ਮੁਤਾਬਿਕ ਦੇਖਦੇ ਆ ਤਾਂ ਤੁਸੀਂ ਦੇਖੋਗੇ ਕਿ ਜੋ ਆਵਾਜ਼ ਉਹਨੇ ਸੁਣੀ ਉਹ ਰੱਬ ਵੱਲੋਂ ਨਹੀਂ ਸੀ, ਕਿਉਂਕਿ ਜੋ ਉਹਨਾਂ ਨੂੰ ਕਰਨ ਨੂੰ ਕਿਹਾ ਉਹ ਗਲਤ ਸੀ ਜਾਂ ਰੱਬ ਦੇ ਖਿਲਾਫ ਸੀ। ਇੱਕ ਔਰਤ ਬਾਰੇ ਤੁਹਾਨੂੰ ਮੈਂ ਦੱਸਦਾ, ਉਹ ਜੀਸਸ ਨੂੰ ਮੰਨਦੀ ਆ, ਆਪਣਾ ਆਦਮੀ ਛੱਡ ਕੇ ਉਹਨੇ ਕਿਸੇ ਹੋਰ ਨਾਲ ਵਿਆਹ ਕੀਤਾ, ਉਹਦਾ ਆਦਮੀ ਹਜੇ ਜੀਂਦਾ ਆ। ਉਹ ਕਹਿਣ ਲੱਗੀ ਕਿ ਰੱਬ ਨੇ ਮੈਨੂੰ ਕਿਹਾ ਕਿ ਹੁਣ ਟਾਈਮ ਆਇਆ ਕਿ ਤੁਹਾਡੇ ਬੱਚਾ ਹੋਵੇ, ਕਿਉਂਕਿ ਤੁਹਾਡੀ ਸ਼ਾਦੀ ਹੋਈ ਨੂੰ ਬਹੁਤ ਚਿਰ ਹੋ ਗਿਆ, ਕਿ ਇਹ ਆਵਾਜ਼ ਰੱਬ ਦੀ ਆ, ਰੱਬ ਨੇ ਮੈਨੂੰ ਇਸ ਤਰ੍ਹਾਂ ਕਰਨ ਲਈ ਕਿਹਾ। ਪਰ ਜਦੋਂ ਅਸੀਂ ਰੱਬ ਦੀ ਬਾਈਬਲ ਦੇਖਦੇ ਹਾਂ ਤਾਂ ਦੇਖਦੇ ਕਿ ਉਹ ਆਵਾਜ਼ ਰੱਬ ਦੀ ਨਹੀਂ, ਸ਼ੈਤਾਨ ਦੀ ਆ, ਕਿਉਂਕਿ ਉਹ ਤੀਵੀਂ ਵਿਭਿਆਚਾਰ ਵਿੱਚ ਰਹਿੰਦੀ ਆ। ਆਦਮੀ ਹਜੇ ਉਹਦਾ ਜੀਂਦਾ। ਬਾਈਬਲ ਦੱਸਦੀ ਸਾਫ਼ ਕਿ ਜਿੰਨਾ ਚਿਰ ਆਦਮੀ ਜਾਂ ਤੀਵੀਂ ਜੀਂਦੇ ਆ ਉਹ ਹੋਰ ਕਿਸੇ ਨਾਲ ਵਿਆਹ ਨਹੀਂ ਕਰ ਸਕਦੇ, ਚਾਹੇ ਉਹ ਤਲਾਕ ਵੀ ਲੈ ਲੈਣ, ਇੱਕ ਦੂਏ ਤੋਂ ਅਲੱਗ ਵੀ ਹੋ ਜਾਣ, ਉਹ ਵਿਆਹ ਨਹੀਂ ਕਰਾ ਸਕਦੇ। ਮੈਨੂੰ ਪਰਵਾਹ ਨਹੀਂ ਤੁਹਾਡੇ ਪਾਦਰੀ ਤੁਹਾਨੂੰ ਕੀ ਕਹਿੰਦੇ ਆ, ਮੈਨੂੰ ਪਰਵਾਹ ਨਹੀਂ ਤੁਹਾਡੇ ਪਾਸਟਰ ਤੁਹਾਨੂੰ ਕੀ ਕਹਿੰਦੇ ਆ। ਮੈਂ ਇਹ ਕਹਿਣਾ ਕਿ ਰੱਬ ਦੇ ਬਚਨ ਕੀ ਕਹਿੰਦੇ ਆ, ਕਿਉਂਕਿ ਰੱਬ ਦੇ ਬਚਨ ਆ ਜਿਨ ਸਾਡਾ ਨਿਆਂ ਕਰਨਾ। ਸੋ ਰੱਬ ਦੇ ਬਚਨਾਂ ਮੁਤਾਬਿਕ ਉਹ ਤੀਵੀਂ ਵਿਭਿਆਚਾਰ ਦੇ ਵਿੱਚ ਆ। ਸੋ ਰੱਬ ਨੂੰ ਕਿਸ ਤਰ੍ਹਾਂ ਕਹਿ ਸਕਦਾ ਕਿ ਵਿਭਿਆਚਾਰ ਦੇ ਵਿੱਚ ਨਿਆਣਾ ਉਹਨਾਂ ਦੇ ਹੋਵੇ। ਸੋ ਇੱਥੋਂ ਸਾਨੂੰ ਪਤਾ ਲੱਗਦਾ ਕਿ ਇਹ ਆਵਾਜ਼ ਰੱਬ ਦੀ ਨਹੀਂ ਪਰ ਸ਼ੈਤਾਨ ਦੀ ਸੀ। ਲੋਕੀ ਆਵਾਜ਼ਾਂ ਵੱਲ ਬਹੁਤ ਧਿਆਨ ਦਿੰਦੇ ਆ ਪਰ ਰੱਬ ਦੇ ਬਚਨਾਂ ਵੱਲ ਨਹੀਂ। ਆਵਾਜ਼ਾਂ ਕਈ ਸ਼ੈਤਾਨ ਦੀਆਂ, ਕਈ ਵਾਰੀ ਸ਼ੈਤਾਨ ਇਦਾਂ ਆਪਣੇ ਆਪ ਨੂੰ ਜ਼ਾਹਰ ਕਰੂੰਗਾ ਜਿੱਦਾਂ ਰੱਬ ਦੀ ਆਤਮਾ ਤੁਹਾਡੇ ਨਾਲ ਬੋਲਦੀ ਆ, ਜਦੋਂ ਕਿ ਸ਼ੈਤਾਨ ਆ। ਬਾਈਬਲ ਵੀ ਸਾਨੂੰ ਦੱਸਦੀ ਆ ਕਿ ਹਰੇਕ ਆਵਾਜ਼ਾਂ ਜਾਂ ਸੁਪਨਿਆਂ ਦਾ ਕਹਿਣਾ ਨਹੀਂ ਮੰਨਣਾ, ਬਲਕਿ ਉਹਨਾਂ ਨੂੰ ਹਰੇਕ ਆਤਮਾ ਨੂੰ ਪਰਖ ਕੇ ਦੇਖਣਾ ਕਿਆ ਉਹ ਰੱਬ ਵੱਲੋਂ ਆ ਕਿ ਨਹੀਂ। ਸੋ ਜਿਹੜੀ ਪਵਿੱਤਰ ਆਤਮਾ ਆ ਉਹ ਸਾਨੂੰ ਪਰਮੇਸ਼ਵਰ ਦੀ ਮਰਜ਼ੀ ਅਤੇ ਉਹਦੀ ਆਗਿਆਕਾਰੀ ਵਿੱਚ ਲੈ ਕੇ ਜਾਊ। ਪਵਿੱਤਰ ਆਤਮਾ ਤੁਹਾਨੂੰ ਕਦੇ ਵੀ ਰੱਬ ਦੀ ਖਿਲਾਫ ਜਾਂ ਉਹਦੇ ਬਚਨਾਂ ਦੇ ਖਿਲਾਫ ਬੇਆਗਿਆਕਾਰੀ ਵੱਲ ਨਹੀਂ ਲੈ ਕੇ ਜਾਊ। ਪਵਿੱਤਰ ਆਤਮਾ ਹਮੇਸ਼ਾ ਸਾਨੂੰ ਪਰਮੇਸ਼ਵਰ ਦੇ ਬਚਨਾਂ ਮੁਤਾਬਿਕ ਲੈ ਜਾਂਦਾ ਆ। ਪਵਿੱਤਰ ਆਤਮਾ ਸਾਨੂੰ ਰੱਬ ਦੇ ਥੱਲੇ, ਰੱਬ ਦੇ ਅਧੀਨ ਕਰਦਾ ਤਾਂ ਕਿ ਅਸੀਂ ਉਹਦੀ ਮਰਜ਼ੀ ਵਿੱਚ, ਤਾਂ ਕਿ ਅਸੀਂ ਉਹਦੀ ਆਗਿਆਕਾਰੀ ਵਿੱਚ ਰਹੀਏ। ਸੋ ਸਵਾਲ ਇਹ ਆ, ਇਹ ਨਹੀਂ ਕਿ ਤੁਹਾਡੇ ਵਿੱਚ ਰੱਬ ਦੀ ਆਤਮਾ, ਹਾਂ ਤੁਹਾਡੇ ਵਿੱਚ ਪਵਿੱਤਰ ਆਤਮਾ ਹੈ, ਤੁਸੀਂ ਭਵਿੱਖਬਾਣੀ ਕਰਦੇ ਆ, ਤੁਸੀਂ ਅਜੀਬ ਜ਼ੁਬਾਨ ਵਿੱਚ ਬੋਲਦੇ ਆ, ਪਰ ਇਹ ਗਾਰੰਟੀ ਨਹੀਂ ਆ ਕਿ ਤੁਸੀਂ ਸਵਰਗ ਨੂੰ ਜਾ ਰਹੇ ਆ, ਕਿਉਂਕਿ ਤੁਹਾਡੇ ਅੰਦਰ ਰੱਬ ਦੀ ਆਤਮਾ। ਗਾਰੰਟੀ ਤਾਂ ਆ ਜੇ ਤੁਸੀਂ ਉਹਦੀ ਆਤਮਾ ਦੇ ਕਹਿਣੇ ਵਿੱਚ ਜ਼ਿੰਦਗੀ ਬਤੀਤ ਕਰਦੇ ਆ, ਫਿਰ ਤੁਸੀਂ ਸਵਰਗ ਨੂੰ ਜਾਓਗੇ। 14ਵੀਂ ਐਤ ਤੁਸੀਂ ਆਪ ਮੇਰੇ ਨਾਲ ਪੜ੍ਹ ਕੇ ਦੇਖੋ, ਪਰਮੇਸ਼ਵਰ ਦਾ ਸੰਤ ਸਾਨੂੰ ਕੀ ਕਹਿੰਦਾ। ਜਿਨਨੇ ਪਰਮੇਸ਼ਵਰ ਦੀ ਆਤਮਾ, ਇਹਦੀ ਰੱਬ ਦੀ ਆਤਮਾ ਦੀ ਅਗਵਾਈ ਨਾਲ ਚੱਲਦੇ ਹਨ, ਉਹ ਕੌਣ ਆ? ਉਹ ਆ ਪਰਮੇਸ਼ਵਰ ਦੇ ਪੁੱਤ ਧੀਆਂ। ਉਹ ਨਹੀਂ ਜਿਨ੍ਹਾਂ 'ਚ ਆਤਮਾ, ਪਰ ਉਹ ਜਿਹੜੇ ਆਤਮਾ ਦੇ ਕਹਿਣੇ ਵਿੱਚ ਚੱਲਦੇ ਆ, ਆਤਮਾ ਦੇ ਅਧੀਨ ਆ, ਉਹੀ ਪਰਮੇਸ਼ਵਰ ਦੇ ਪੁੱਤ ਧੀਆਂ ਆ। 15ਵੀਂ ਐਤ, ਕਿਉਂ ਜੋ ਤੁਹਾਨੂੰ ਗੁਲਾਮੀ ਦਾ ਆਤਮਾ ਨਹੀਂ ਮਿਲਿਆ,
ਜੋ ਫਿਰ ਮੁੜ ਕੇ ਡਰੋ, ਸਗੋਲੇ ਪਾਲਕ ਪੁੱਤਰ ਹੋਣ ਦਾ ਆਤਮਾ ਮਿਲਿਆ, ਜਿਸ ਕਰਕੇ ਅਸੀਂ ਅੱਬਾ ਹੇ ਪਿਤਾ ਪੁਕਾਰਦੇ ਹਾਂ। ਸੰਤ ਕੀ ਕਹਿੰਦਾ ਸਾਨੂੰ? ਪਰਮੇਸ਼ਵਰ ਸਾਡੇ ਨਾਲ ਰਿਸ਼ਤਾ ਬਣਾਉਣਾ ਚਾਹੁੰਦਾ ਹੈ। ਪਰਮੇਸ਼ਵਰ ਸਾਨੂੰ ਨੌਕਰਾਂ ਵਾਂਗੂ ਵਰਤਣਾ ਨਹੀਂ ਚਾਹੁੰਦਾ। ਜੀਸਸ ਨੇ ਕੀ ਕਿਹਾ ਸੀ? ਨੌਕਰ ਹਮੇਸ਼ਾ ਘਰ ਨਹੀਂ ਰਹਿੰਦਾ, ਪਰ ਪੁੱਤ ਹਮੇਸ਼ਾ ਘਰ ਰਹਿੰਦਾ। ਨੌਕਰ ਨੂੰ ਤੁਸੀਂ ਜਦੋਂ ਮਰਜ਼ੀ ਘਰੋਂ ਕੱਢ ਸਕਦੇ ਆ, ਪਰ ਪੁੱਤਰ ਨੂੰ ਨਹੀਂ, ਕਿਉਂਕਿ ਪੁੱਤਰ ਵਾਰਿਸ ਆ ਸਾਰੀਆਂ ਚੀਜ਼ਾਂ ਦਾ। ਸੋ ਪਰਮੇਸ਼ਵਰ ਤੁਹਾਨੂੰ ਨੌਕਰ ਕਰਕੇ ਨਹੀਂ ਬੁਲਾਉਣਾ ਚਾਹੁੰਦਾ, ਨਾ ਤੁਹਾਡੇ ਨਾਲ ਮਾਲਕ ਤਾਂ ਨੌਕਰ ਦਾ ਰਿਸ਼ਤਾ ਰੱਖਣਾ ਚਾਹੁੰਦਾ। ਜਿਹੜਾ ਰਿਸ਼ਤਾ ਪਰਮੇਸ਼ਵਰ ਰੱਖਣਾ ਚਾਹੁੰਦਾ ਉਹ ਪੁੱਤ ਤੇ ਧੀਆਂ ਦਾ, ਕਿਉਂਕਿ ਪੁੱਤ ਧੀਆਂ ਨੂੰ ਘਰੋਂ ਬਾਹਰ ਨਹੀਂ ਕੱਢੂਗਾ। ਨੌਕਰ ਨੂੰ ਤੁਸੀਂ ਸਾਰੀਆਂ ਗੱਲਾਂ ਨਹੀਂ ਦੱਸੋਗੇ, ਕਿਉਂਕਿ ਨੌਕਰ ਦਾ ਕੀ ਇਤਬਾਰ? ਨੌਕਰ ਜਦੋਂ ਮਰਜ਼ੀ ਤੁਹਾਨੂੰ ਧੋਖਾ ਦੇ ਸਕਦੇ, ਪਰ ਆਪਣੇ ਪੁੱਤ ਧੀਆਂ ਨੂੰ ਤੁਸੀਂ ਆਪਣੀ ਦਿਲ ਦੀ ਗੱਲ ਵੀ ਦੱਸੋਗੇ। ਸੋ ਪਰਮੇਸ਼ਵਰ ਨੇ ਆਪਣਾ ਪੁੱਤ ਜੀਸਸ ਇਸ ਦੁਨੀਆ ਵਿੱਚ ਭੇਜਿਆ। ਉਸਨੇ ਸਾਨੂੰ ਪਵਿੱਤਰ ਆਤਮਾ ਦਿੱਤੀ ਆ, ਡਰ ਦੀ ਆਤਮਾ ਨਹੀਂ ਦਿੱਤੀ। ਰੱਬ ਸਾਨੂੰ ਡਰ ਦੇ ਵਿੱਚ ਨਹੀਂ ਪਾਉਂਦਾ। ਉਸਨੇ ਸਾਨੂੰ ਡਰ ਦਾ ਗੁਲਾਮ ਬਣਨ ਲਈ ਨਹੀਂ ਕਿਹਾ, ਬਲਕਿ ਸਾਨੂੰ ਪੁੱਤ ਧੀਆਂ ਬਣਨ ਲਈ ਉਸਨੇ ਸਾਨੂੰ ਬੁਲਾਇਆ। ਅਸੀਂ ਰੱਬ ਦੇ ਕਿੱਦਾਂ ਦੇ ਪੁੱਤ ਧੀਆ? ਉਹਦੇ ਗੋਦ ਲੈ ਰੱਬ ਨੇ ਸਾਨੂੰ ਗੋਦੀ ਲਿਆ। ਅਸੀਂ ਉਹਦੇ ਪੁੱਤ ਧੀਆਂ ਨਹੀਂ ਸੀ, ਅਸੀਂ ਆਪਣੇ ਮਾਂ-ਬਾਪ ਦੇ ਪੁੱਤ ਧੀਆਂ ਸੀ। ਆਤਮਿਕ ਤੌਰ ਤੇ ਅਸੀਂ ਸ਼ੈਤਾਨ ਦੇ ਸੀ, ਕਿਉਂਕਿ ਅਸੀਂ ਸ਼ੈਤਾਨ ਦੇ ਕੰਮ ਕੀਤੇ। ਸਾਡੀ ਉਮਰ ਪਾਪਾਂ ਵਿੱਚ ਬੀਤੀ, ਬੇਆਗਿਆਕਾਰੀ ਵਿੱਚ ਬੀਤੀ। ਅਸੀਂ ਉਹ ਕੰਮ ਕੀਤੇ ਜਿਹੜੇ ਸਾਨੂੰ ਪਤਾ ਕਿ ਸਾਨੂੰ ਕਰਨੇ ਨਹੀਂ ਸੀ ਚਾਹੀਦੇ। ਰੱਬ ਦੀ ਬੇਆਗਿਆਕਾਰੀ ਵਿੱਚ ਅਸੀਂ ਰਹੇ। ਅਸੀਂ ਰੱਬ ਦੇ ਪੁੱਤ ਧੀਆਂ ਨਹੀਂ ਸੀ, ਅਸੀਂ ਸ਼ੈਤਾਨ ਦੇ ਪੁੱਤ ਧੀਆਂ ਸੀ, ਕਿਉਂਕਿ ਅਸੀਂ ਰੱਬ ਦਾ ਕਹਿਣਾ ਨਹੀਂ ਮੰਨਿਆ, ਆਪਣੇ ਸਰੀਰ ਦਾ, ਸ਼ੈਤਾਨ ਦਾ, ਬੁਰਾਈ ਦਾ, ਪਾਪ ਦਾ ਕਹਿਣਾ ਮੰਨਿਆ। ਬਲਕਿ ਪਰਮੇਸ਼ਵਰ ਨੇ ਫੈਸਲਾ ਕੀਤਾ ਕਿ ਉਹ ਸਾਨੂੰ ਆਪਣੇ ਪੁੱਤ ਧੀਆਂ ਬਣਾਉਣਾ ਚਾਹੁੰਦਾ। ਪਰਮੇਸ਼ਵਰ ਸਾਨੂੰ ਗੋਦ ਲੈਂਦਾ। ਜੀਸਸ ਪਰਮੇਸ਼ਵਰ ਦਾ ਕੁਦਰਤੀ ਪੁੱਤ ਆ। ਜੀਸਸ ਪਰਮੇਸ਼ਵਰ ਦਾ ਆਪਣਾ ਪੁੱਤ ਆ, ਪਰ ਅਸੀਂ ਰੱਬ ਦੇ ਕੁਦਰਤੀ ਪੁੱਤ ਨਹੀਂ ਆ, ਅਸੀਂ ਉਹਦੇ ਗੋਦ ਲੈ ਹੋਏ ਪੁੱਤ ਆ। ਜਦੋਂ ਤੁਸੀਂ ਕਿਸੇ ਬੱਚੇ ਨੂੰ ਗੋਦ ਲੈਂਦੇ ਆ ਤਾਂ ਕਈ ਵਾਰੀ ਕੀਮਤ ਲਾਣੀ ਪੈਂਦੀ ਆ। ਅਗਰ ਤੁਸੀਂ ਬੱਚਾ ਗੋਦ ਲੈਣਾ ਚਾਹੁੰਦੇ ਆ, ਕਈ ਵਾਰੀ ਲੋਕੀ ਹਜ਼ਾਰਾਂ ਹੀ ਪਾਉਣ ਦਿੰਦੇ ਆ ਉਹ ਬੱਚੇ ਨੂੰ ਗੋਦ ਲੈਣ ਦੇ ਲਈ। ਸਰਕਾਰੀ ਫੀਸ ਵੀ ਪੂਰੀ ਕਰਨੀ ਪੈਂਦੀ ਆ, ਕਈ ਕੁਝ ਕਰਨਾ ਪੈਂਦਾ। ਉਸੇ ਤਰ੍ਹਾਂ ਜੀਸਸ ਨੂੰ ਵੀ ਕੀਮਤ ਦੇਣੀ ਪਈ ਤੁਹਾਨੂੰ ਆਪਣੇ ਗੋਦ ਦੇ ਵਿੱਚ ਲੈਣ ਲਈ। ਜੀਸਸ ਨੂੰ ਵੀ ਤੁਹਾਨੂੰ ਮੁੱਲ ਖਰੀਦਣਾ ਪਿਆ। ਤੁਸੀਂ ਉਹਦੇ ਨਹੀਂ, ਤੁਸੀਂ ਸ਼ੈਤਾਨ ਦੇ ਸੀ, ਪਰ ਜੀਸਸ ਨੂੰ ਕੀਮਤ ਤਾਰਨੀ ਪਈ। ਬਾਈਬਲ ਦੱਸਦੀ ਉਸਨੇ ਸਾਨੂੰ ਮੁੱਲ ਖਰੀਦਿਆ, ਉਹਨੂੰ ਵੀ ਫੀਸ ਦੇਣੀ ਪਈ। ਉਹਨ ਤੁਹਾਨੂੰ ਤੇ ਮੈਨੂੰ ਮੁੱਲ ਖਰੀਦਿਆ, ਸੋਨੇ ਚਾਂਦੀ ਦੇ ਕੇ ਨਹੀਂ, ਬਲਕਿ ਆਪਣਾ ਲਹੂ ਉਸ ਸਲੀਬ ਤੇ ਦੇ ਕੇ। ਪਰਮੇਸ਼ਵਰ ਤੁਹਾਨੂੰ ਖਰੀਦਦਾ, ਪਰਮੇਸ਼ਵਰ ਤੁਹਾਨੂੰ ਗੋਦ ਲੈ ਪੁੱਤ ਧੀਆਂ ਬਣਾਉਂਦਾ। ਤਾਂ ਅੱਜ ਅਸੀਂ ਫਕਰ ਨਾਲ ਸਿਰ ਉਠਾ ਕੇ ਰੱਬ ਨੂੰ ਕਹਿ ਸਕਦੇ, ਐ ਮੇਰੇ ਪਿਤਾ, ਕਿ ਹੁਣ ਉਹ ਮੇਰਾ ਪਿਤਾ, ਕਿਉਂਕਿ ਉਹਦੇ ਪੁੱਤ ਜੀਸਸ ਨੇ ਮੈਨੂੰ ਖਰੀਦ ਲਿਆ, ਕੀਮਤ ਤਾਰ ਦਿੱਤੀ, ਲਹੂ ਉਸਨੇ ਬਹਾਇਆ, ਉਸਨੇ ਪਵਿੱਤਰ ਆਤਮਾ ਦੇ ਨਾਲ ਮੈਨੂੰ ਭਰਿਆ। ਉਹਦੀ ਆਤਮਾ ਮੇਰੇ ਰਾਹੀਂ ਬੋਲਦੀ ਆ। ਤਾਂ ਹੁਣ ਰੱਬ ਨੂੰ ਕੀ ਕਹਿੰਦੀ ਆ? ਮੇਰੇ ਪਿਤਾ। ਜੀਸਸ ਨੇ ਆਪਣੇ ਸੇਵਕਾਂ ਨੂੰ ਕਿਹਾ ਕਿ ਰੱਬ ਨੂੰ ਪਿਤਾ ਕਰਕੇ ਸੱਦਣਾ। ਤਾਂ ਜਦੋਂ ਉਹਨੂੰ ਪ੍ਰਾਰਥਨਾ ਦਿੱਤੀ, ਪ੍ਰਾਰਥਨਾ ਦਾ ਪਹਿਲਾ ਲਫ਼ਜ਼ ਆ ਸਾਡੇ ਪਿਤਾ, ਕਿਉਂਕਿ ਹੁਣ ਰੱਬ ਤੁਹਾਡਾ ਪਿਤਾ ਆ। ਉਹ ਤੁਹਾਨੂੰ ਆਪਣੀ ਗੋਦ ਲੈ ਲਿਆ, ਕਿਉਂਕਿ ਉਹਦੇ ਪੁੱਤ ਜੀਸਸ ਨੇ ਤੁਹਾਡੇ ਲਈ ਕੀਮਤ ਤਾਰੀ। ਜੀਸਸ ਰੱਬ ਦਾ ਕੁਦਰਤੀ ਪੁੱਤ ਆ, ਅਸੀਂ ਉਹਦੇ ਗੋਦ ਲੈ ਹੋਏ ਪੁੱਤ ਆ।
ਹੁਣ ਜਦੋਂ ਅਸੀਂ ਪ੍ਰਾਰਥਨਾ ਕਰਦੇ ਹਾਂ, ਅਸੀਂ ਰੱਬ ਨੂੰ ਪਿਤਾ ਕਹਿ ਕੇ ਬੁਲਾ ਸਕਦੇ ਹਾਂ, ਪੂਰੇ ਹੌਸਲੇ ਨਾਲ ਉਹਦੇ ਦਰ ਤੇ ਜਾ ਸਕਦੇ ਹਾਂ, ਜਾਣਦੇ ਕਿ ਜੋ ਮੰਗੀਏ ਰੱਬ ਦਊਗਾ, ਕਿਉਂਕਿ ਹੁਣ ਮੈਂ ਉਹਦਾ ਪੁੱਤ ਹਾਂ, ਹੁਣ ਮੈਂ ਉਹਦੀ ਧੀ ਹਾਂ। ਪਰਮੇਸ਼ਵਰ ਜਿਸ ਤਰ੍ਹਾਂ ਬਾਪ ਪੁੱਤ ਨੂੰ ਗਲ ਲਾ ਕੇ ਮਿਲਦਾ, ਜਦੋਂ ਮੈਂ ਜੀਸਸ ਨੂੰ ਮੰਨਿਆ, ਉਦੋਂ ਰੱਬ ਨੇ ਮੈਨੂੰ ਤੁਹਾਨੂੰ ਗਲ ਲਾ ਕੇ ਉਹ ਮਿਲਿਆ। ਉਸਨੇ ਕਿਹਾ, ਜੀ ਆਇਆ ਪੁੱਤ ਆਪਣੇ ਘਰ। ਅਸੀਂ ਉਹਨੂੰ ਪਿਤਾ ਕਹਿ ਕੇ ਬੁਲਾਇਆ, ਕਿਉਂਕਿ ਜੀਸਸ ਨੇ ਕੀਮਤ ਤਾਰੀ। 16ਵੀਂ ਐਤ, ਉਹ ਆਤਮਾ ਆਪ ਸਾਡੀ ਆਤਮਾ ਨਾਲ ਗਵਾਹੀ ਭਰਦਾ। ਅਸੀਂ ਪਰਮੇਸ਼ਵਰ ਦੇ ਬਾਲਕ ਹਾਂ। ਹੁਣ ਸਾਨੂੰ ਅੰਦਰੋਂ ਪਤਾ ਸੀ ਉਹਦੇ ਪੋਤੇ ਆ, ਉਹਦੀ ਆਤਮਾ ਸਾਡੇ ਅੰਦਰ ਹੈ। ਪਵਿੱਤਰ ਆਤਮਾ ਗਵਾਹੀ ਜਿਹੜੀ ਸਾਡੇ ਅੰਦਰ ਰਹਿੰਦੀ ਭਰਦੀ ਆ ਕਿ ਹੁਣ ਸਾਡੇ ਅੰਦਰ ਵਸਦਾ, ਕਿ ਹੁਣ ਉਹ ਸਾਡਾ ਤਾਂ ਅਸੀਂ ਉਹਦੇ ਆ। ਅੰਦਰੋਂ ਸਾਨੂੰ ਗਵਾਹੀ ਆ ਕਿ ਅਸੀਂ ਹੁਣ ਕੌਣ ਆ, ਉਹਦੇ ਪੁੱਤ ਤੇ ਉਹਦੀਆਂ ਧੀਆਂ। ਇਹ ਗਵਾਹੀ ਹੁਣ ਸਾਡੇ ਅੰਦਰ ਪਵਿੱਤਰ ਆਤਮਾ ਦੁਆਰਾ ਦਿੱਤੀ ਗਈ ਆ। ਅਤੇ ਜੇ ਬਾਲਕ ਹਾਂ, ਅਧਿਕਾਰੀ ਵੀ ਆ। ਹੁਣ ਸੰਗੋ ਨਾ ਪ੍ਰਾਰਥਨਾ ਕਰਨ ਲੱਗੇ, ਜਦੋਂ ਰੱਬ ਤੋਂ ਮੰਗੋ, ਮੰਨੋ ਰੱਬ ਦਊਗਾ। ਕਿਉਂਕਿ ਬਾਈਬਲ ਕਹਿੰਦੀ ਜੇ ਤੁਸੀਂ ਹੁਣ ਉਹਦੇ ਪੋਤੇ ਆ, ਜੇ ਤੁਸੀਂ ਉਹਦੀਆਂ ਧੀਆਂ ਆ, ਤਾਂ ਬਾਪੂ ਤੋਂ ਜੋ ਮਰਜ਼ੀ ਮੰਗੋ ਬਾਪੂ ਦਊਗਾ, ਕਿਉਂਕਿ ਉਹਦੀ ਸਾਰੀ ਜਾਇਦਾਦ ਤੁਹਾਡੇ ਲਈ ਆ। ਸਵਰਗ ਤੁਹਾਡੇ ਲਈ ਆ, ਅਚੰਦ ਤਾਰੇ ਤੁਹਾਡੇ ਆ, ਸਾਰੀਆਂ ਚੀਜ਼ਾਂ ਜਿਹੜੀਆਂ ਉਹਦੀਆਂ ਆ ਉਹ ਸਾਰੀਆਂ ਤੁਹਾਡੀਆਂ। ਸੰਤ ਕੀ ਕਹਿੰਦਾ, ਸਾਡਾ ਪਿਆਰਾ ਸੰਤ ਪੌਲ, ਉਹ ਕਹਿੰਦਾ ਕੁਛ ਨਾ ਹੁੰਦਿਆਂ ਹੋਇਆ ਵੀ, ਉਹ ਕੀ ਕਹਿੰਦਾ, ਕੁਛ ਨਾ ਹੁੰਦਿਆਂ ਹੋਇਆ ਵੀ ਸਾਰੀਆਂ ਚੀਜ਼ਾਂ ਦੇ ਮਾਲਕ ਆ। ਕਿ ਚਾਹੇ ਸਾਡੇ ਕੋਲ ਇਸ ਦੁਨੀਆ ਵਿੱਚ ਕੁਛ ਵੀ ਨਹੀਂ ਆ, ਨਾ ਘਰ, ਨਾ ਮਕਾਨ, ਨਾ ਬੈਂਕ ਦੇ ਵਿੱਚ ਪੈਸਾ, ਕੁਛ ਹੁੰਦੇ ਹੋ ਨਾ ਵੀ, ਸਾਰੀਆਂ ਚੀਜ਼ਾਂ ਦੇ ਮਾਲਕ ਆ। ਕਿ ਕਿਉਂਕਿ ਅਸੀਂ ਰੱਬ ਦੇ ਪੁੱਤ ਧੀਆਂ, ਹੁਣ ਸਾਰੀਆਂ ਚੀਜ਼ਾਂ ਸਾਡੀਆਂ। ਸਵਰਗ ਸਾਡਾ, ਪਰਮੇਸ਼ਵਰ ਸਾਡਾ, ਫਰਿਸ਼ਤੇ ਸਾਡੇ, ਜੋ ਰਚਿਆ ਰੱਬ ਦਾ ਸਾਡਾ, ਕਿਉਂਕਿ ਅਸੀਂ ਉਹਦੇ ਪੁੱਤ ਧੀਆਂ, ਅਸੀਂ ਹੱਕਦਾਰ ਆ। ਜੋ ਵੀ ਬਾਪੂ ਦਾ ਉਹ ਮੇਰਾ। ਤਾਂ ਹੁਣ ਤੁਸੀਂ ਰੱਬ ਦੇ ਕੋਲ ਪੂਰੇ ਹੌਸਲੇ ਨਾਲ ਪ੍ਰਾਰਥਨਾ ਕਰ ਸਕਦੇ। ਸੰਤ ਕੀ ਕਹਿੰਦਾ ਕਿ ਜੇ ਅਸੀਂ ਉਹਦੇ ਬਾਲਕ ਆ, ਅਸੀਂ ਅਧਿਕਾਰੀ ਵੀ ਆ, ਅਸੀਂ ਹੱਕਦਾਰ ਆ। ਅਸੀਂ ਕਹਿੰਦੇ ਬਾਪੂ ਉਹ ਚੀਜ਼ ਮੈਨੂੰ ਦੇ, ਕਿਉਂਕਿ ਅਸੀਂ ਹੱਕਦਾਰ, ਅਸੀਂ ਉਹਦੇ ਪੁੱਤ ਧੀਆਂ। ਪ੍ਰਾਰਥਨਾ ਵਿੱਚ ਰੱਬ ਨਹੀਂ ਚਾਹੁੰਦਾ ਤੁਸੀਂ ਮਿਹਨਤ ਕਰੋ। ਨੌਕਰ ਮਾਲਕ ਦੀ ਮਿਹਨਤ ਕਰਦਾ, ਪੁੱਤ ਪੇ ਦੀ ਮਿਹਨਤ ਨਹੀਂ ਕਰਦਾ, ਪਰ ਪੇ ਤੋਂ ਮੰਗਦਾ ਆ, ਕਿਉਂਕਿ ਉਹ ਅਧਿਕਾਰੀ ਆ। ਸੋ ਰੱਬ ਦੇ ਮੂਹਰੇ ਤੁਹਾਨੂੰ ਮਿਹਨਤ ਕਰਨ ਦੀ ਲੋੜ ਨਹੀਂ। ਉਹ ਨਹੀਂ ਚਾਹੁੰਦਾ ਮਿਹਨਤ ਕਰੋ, ਉਹ ਚਾਹੁੰਦਾ ਤੁਸੀਂ ਮੰਗੋ ਕਿ ਹੇ ਬਾਪੂ ਮੇਰੇ ਪਿਤਾ ਮੈਨੂੰ ਆਹ ਚੀਜ਼ ਦੇ। ਤੁਹਾਡਾ ਹੱਕ ਆ ਕਿ ਬਾਪੂ ਮੈਂ ਤੇਰਾ ਪੁੱਤ ਆ। ਨੌਕਰ ਭੀਖ ਮੰਗਦਾ, ਪੁੱਤ ਮੰਗਦਾ। ਪਰਮੇਸ਼ਵਰ ਦੇ ਅਧਿਕਾਰੀ ਮਸੀਹ ਦੇ ਨਾਲ ਅਸੀਂ ਸਾਂਝੀ ਅਧਿਕਾਰੀ ਆ। ਜੋ ਮਸੀਹ ਦਾ ਉਹ ਸਾਡਾ। ਤਦ ਜੇ ਅਸੀਂ ਉਹਦੇ ਨਾਲ ਦੁੱਖ ਚੱਲੀਏ, ਭਈ ਉਹਦੇ ਨਾਲ ਅਸੀਂ ਵਡਿਆਈ ਵੀ ਚਾਹੀਏ, ਵਡਿਆਈਆਂ ਮਿਲੂਗੀਆਂ, ਮਹਿਮਾ ਵੀ ਮਿਲੂਗੀ। ਪਰ ਵਡਿਆਈ ਤੇ ਮਹਿਮਾ ਮਿਲਣ ਤੋਂ ਪਹਿਲਾਂ ਸਾਨੂੰ ਦੁੱਖ ਝੱਲਣੇ ਪੈਣੇ ਆ। ਸੰਤ ਕਹਿੰਦਾ ਤਕਲੀਫਾਂ ਰਾਹੀਂ ਜਾਣਾ ਪੈਣਾ। ਮਾਪੇ ਤੁਹਾਡੇ ਖਿਲਾਫ ਉੱਠਣਗੇ, ਤੁਸੀਂ ਜੀਸਸ ਨੂੰ ਮੰਨਦੇ। ਕਈਆਂ ਦੇ ਵਿਆਹ ਵੀ ਟੁੱਟ ਜਾਣਗੇ, ਕਿਉਂਕਿ ਉਹ ਜੀਸਸ ਕੋਲ ਆਇਆ। ਪੁੱਤ ਧੀਆਂ ਆਪਣੇ ਮਾਪਿਆਂ ਨੂੰ ਨਹੀਂ ਜਾਣਗੀਆਂ, ਕਿਉਂਕਿ ਉਹ ਜੀਸਸ ਨੂੰ ਮੰਨਦੇ ਆ। ਤੁਹਾਡੇ ਯਾਰ ਦੋਸਤ ਇੱਕ ਇੱਕ ਕਰਕੇ ਚਲੇ ਜਾਣਗੇ, ਕਿਉਂਕਿ ਤੁਸੀਂ ਜੀਸਸ ਨੂੰ ਮੰਨਦੇ ਆ। ਕਈ ਵਾਰੀ ਕਈ ਮਾਰੇ ਜਾਣਗੇ ਜੀਸਸ ਖਾਤਰ, ਕਈ ਕੈਦ ਵਿੱਚ ਡੱਕੇ ਜਾਣਗੇ ਜੀਸਸ ਖਾਤਰ। ਇਹ ਦੁੱਖ ਸਾਨੂੰ ਝੱਲਣੇ ਪੈਣੇ ਆ, ਕਿਉਂਕਿ ਰੱਬ ਨੇ ਜੀਸਸ ਨੂੰ ਵੀ ਮਹਿਮਾ ਦਿੱਤੀ। ਕਿਹੜੀ ਮਹਿਮਾ? ਸਭ ਤੋਂ ਉੱਚੇ ਉਹਦਾ ਨਾਮ ਉਠਾਇਆ, ਰੱਬ ਦੇ ਸੱਜੇ ਹੱਥ ਤੇ ਉਹਨੂੰ ਬਿਠਾਇਆ। ਪਰ ਇਹ ਮਹਿਮਾ ਤੋਂ ਪਹਿਲਾਂ ਜੀਸਸ ਨੂੰ ਦੁੱਖ ਭੋਗਣਾ ਪਿਆ। ਉਹਦੇ ਮੂੰਹ ਤੇ ਥੁੱਕਿਆ ਗਿਆ, ਰਾਜਿਆਂ ਦੇ ਰਾਜੇ ਦੀ ਬੇਇੱਜ਼ਤੀ ਕੀਤੀ ਗਈ, ਦਾੜੀ ਪੁੱਟੀ ਗਈ,
ਸ਼ੈਂਟਿਆਂ ਨਾਲ ਕੁੱਟਿਆ ਗਿਆ। ਜਿਹੜੀ ਉਮਰ ਉਸਨੇ ਦੁਨੀਆ ਵਿੱਚ ਬਤੀਤ ਕੀਤੀ ਦੁੱਖਾਂ ਨਾਲ ਭਰੀ ਸੀ। ਪਾਦਰੀ ਫੈਰਸੀ ਉਹਦੇ ਖਿਲਾਫ ਉੱਠਦੇ ਰਹੇ, ਉਹਦੇ ਖਿਲਾਫ ਬੋਲਦੇ ਰਹੇ, ਉਹਨੂੰ ਝੂਠਾ ਪੈਗੰਬਰ ਕਰਕੇ ਸਮਝਦੇ ਰਹੇ। ਉਹ ਸਾਰਾ ਦੁੱਖ ਝੱਲਿਆ ਅਤੇ ਹੁਣ ਜੀਸਸ ਕਿੱਥੇ ਆ? ਮਹਿਮਾ ਦੇ ਵਿੱਚ, ਵਡਿਆਈ ਦੇ ਵਿੱਚ। ਕਿੱਥੇ ਬੈਠਾ? ਰੱਬ ਦੇ ਸੱਜੇ ਹੱਥ ਤੇ। ਪਰ ਇਹ ਸਾਰੀਆਂ ਚੀਜ਼ਾਂ ਤੋਂ ਪਹਿਲਾਂ ਉਹਨੂੰ ਦੁੱਖ ਭੋਗਣਾ ਪਿਆ। ਸਾਡਾ ਸੰਤ ਇੱਥੇ ਸਾਨੂੰ ਸਾਫ਼ ਕਹਿੰਦਾ ਕਿ ਸਾਨੂੰ ਵੀ ਜੀਸਸ ਨਾਲ ਦੁੱਖ ਝੱਲਣਾ ਪੈਣਾ, ਦੁੱਖਾਂ ਵਿੱਚ ਹੀ ਲੰਘਣਾ ਪੈਣਾ। ਅਤੇ ਜੇ ਅਸੀਂ ਅੰਤ ਤੱਕ ਸਵਾਂਗੇ ਜਿਸ ਤਰ੍ਹਾਂ ਜੀਸਸ ਕਹਿੰਦਾ, ਫਿਰ ਸਾਨੂੰ ਵੀ ਵਡਿਆਈ ਮਿਲੂ, ਮਹਿਮਾ ਮਿਲੂ, ਕਿਉਂਕਿ ਫਿਰ ਸਵਰਗ ਤੁਹਾਡਾ। ਜੋ ਚੀਜ਼ਾਂ ਪਰਮੇਸ਼ਵਰ ਨੇ ਬਣਾਈਆਂ, ਨਵੀਂ ਜ਼ਮੀਨ, ਨਮਕ, ਉਹ ਵੀ ਤੁਹਾਡੀ। ਪਰ ਇਹ ਚੀਜ਼ਾਂ ਪ੍ਰਾਪਤ ਤੋਂ ਪਹਿਲਾਂ ਸਾਨੂੰ ਦੁੱਖਾਂ ਰਾਹੀਂ ਲੰਘਣਾ ਪੈਣਾ। ਸੰਤ ਕਹਾਂ ਕੀ ਕਹਿੰਦਾ? ਸਮਝ ਨਾਲ ਦੇਖਦਾ। ਮੇਰੀ ਸਮਝ ਵਿੱਚ, ਹੁਣ ਸੰਤ ਨੂੰ ਪੂਰਾ ਗਿਆਨ ਕਹਿੰਦਾ, ਮੇਰੀ ਸਮਝ ਵਿੱਚ ਕੀ ਇਸ ਵਰਤਮਾਨ ਸਮੇਂ ਦੇ ਦੁੱਖ ਉਸ ਪ੍ਰਤਾਪ ਨਾਲ ਜੋ ਸਾਡੇ ਵੱਲ ਪ੍ਰਕਾਸ਼ ਹੋਣ ਵਾਲਾ ਹੈ ਮਿਟਾਉਣ ਦੇ ਯੋਗ ਨਹੀਂ। ਉਹ ਕਹਿੰਦਾ ਹੁਣ ਦੁੱਖ ਜਿਹੜੇ ਅਸੀਂ ਭੋਗਦੇ ਹਾਂ, ਤਾਂ ਸੰਤਾਂ ਨੇ ਬਹੁਤ ਦੁੱਖ ਭੋਗਿਆ। ਚਰਚ ਉਹਦੇ ਖਿਲਾਫ ਉੱਠੇ। ਜਿਹੜੇ ਲੋਕੀ ਆਪਣੇ ਆਪ ਨੂੰ ਮਸੀਹੀ ਕਹਿੰਦੇ ਸੀ, ਉਹ ਵੀ ਸੰਤਾਂ ਦੇ ਖਿਲਾਫ ਉੱਠੇ, ਉਹਦੇ ਖਿਲਾਫ ਬੋਲੇ। ਦਿਨ ਰਾਤ ਉਹਨੂੰ ਚਰਚਾਂ ਦਾ ਫਿਕਰ ਸੀ। ਫਿਰ ਦੁੱਖ ਤਕਲੀਫਾਂ ਜੋ ਜੀਸਸ ਖਾਤਰ ਉੱਤੇ ਆਈਆਂ। ਸੰਤ ਜੇਲ੍ਹ ਦੇ ਵਿੱਚ ਵੀ ਸਿੱਟੇ ਗਏ ਸੀ, ਸੰਤਾਂ ਨੂੰ ਕੋੜਿਆਂ ਦੇ ਨਾਲ ਵੀ ਮਾਰਿਆ ਸੀ। ਤਾਂ ਸੰਤ ਦੁੱਖ ਬਾਰੇ ਚੰਗੀ ਤਰ੍ਹਾਂ ਜਾਣਦਾ। ਕਹਿੰਦਾ ਗੱਲ ਸੁਣੋ, ਮੈਂ ਸਮਝ ਲਈ ਗੱਲ। ਹਾਂਜੀ, ਕੀ ਸਮਝਿਆ? ਕਹਿੰਦਾ ਮੈਂ ਸਮਝ ਲਈ ਕਿ ਜਿਹੜੇ ਹੁਣ ਅਸੀਂ ਦੁੱਖ ਭੋਗਦੇ ਹਾਂ, ਹੁਣ ਅਸੀਂ ਜਿਹੜੀ ਤਕਲੀਫ ਭੋਗਦੇ ਆ, ਜਿਹੜਾ ਗਾਹਾਂ ਰੱਬ ਨੇ ਸਾਡੇ ਲਈ ਸੁੱਖ ਰੱਖਿਆ, ਉਹਦੇ ਮੋਹਰੇ ਦੁੱਖ ਕੁਛ ਵੀ ਨਹੀਂ ਕਹਿੰਦਾ। ਕਹਿੰਦਾ ਦੁੱਖ ਥੋੜੇ ਚਿਰ ਲਈ ਆ, ਪਰ ਜਿਹੜਾ ਸੁੱਖ ਰੱਬ ਨੇ ਰੱਖਿਆ ਆ, ਜਿਹੜੀ ਵਡਿਆਈ ਰੱਬ ਨੇ ਸਾਡੇ ਲਈ ਰੱਖੀ ਆ, ਉਹਦੇ ਮੋਹਰੇ ਇਹ ਜਿਹੜਾ ਅਸੀਂ ਦੁੱਖ ਭੋਗਦੇ ਥੋੜੇ ਟਾਈਮ ਦਾ ਆ, ਇਹ ਸਿਰਫ ਨਿੱਕਾ ਜਿਹਾ ਦੁੱਖ ਆ ਉਸ ਮਹਿਮਾ ਦੇ ਮੋਹਰੇ ਜੋ ਪਰਮੇਸ਼ਵਰ ਨੇ ਰੱਖੀ। ਸੋ ਇੱਥੋਂ ਅਸੀਂ ਜਾਣਦੇ ਕਿ ਸੰਤਾਂ ਦੀਆਂ ਨਜ਼ਰਾਂ ਪਰਮੇਸ਼ਵਰ ਵੱਲ ਸੀ। ਸੰਤਾਂ ਦੀਆਂ ਨਜ਼ਰਾਂ ਉਸ ਮਹਿਮਾ ਵੱਲ ਸੀ, ਉਸ ਵਡਿਆਈ ਵੱਲ ਸੀ ਜੋ ਰੱਬ ਨੇ ਉਹਦੇ ਲਈ ਰੱਖੀ ਆ। ਤਾਂ ਜਦੋਂ ਦੁੱਖ ਭੋਗਦਾ ਸੀ, ਉਹ ਕਹਿੰਦਾ ਚੱਲ ਥੋੜੇ ਚਿਰ ਲਈ ਆ, ਮੈਂ ਚਲੇ ਜਾਣਾ, ਬਾਅਦ ਚੋਂ ਸਾਰੀਆਂ ਚੀਜ਼ਾਂ ਮੇਰੀਆਂ, ਅਮਰ ਜ਼ਿੰਦਗੀ ਮੇਰੀ, ਰੱਬ ਮੇਰਾ, ਮੁੜ ਕੇ ਕਦੇ ਮੈਨੂੰ ਦੁੱਖ ਨਹੀਂ ਹੋ, ਕਦੇ ਉਦਾਸੀ ਨਹੀਂ, ਕਦੇ ਗਮੀ ਨਹੀਂ। ਇੱਕ ਦਿਨ ਇਹ ਸਾਰੀਆਂ ਚੀਜ਼ਾਂ ਚਲੇ ਜਾਣਗੀਆਂ, ਕਿਉਂਕਿ ਰੱਬ ਕਹਿੰਦਾ ਮੈਂ ਸਾਰੀਆਂ ਚੀਜ਼ਾਂ ਨਵੀਆਂ ਬਣਾ ਰਿਹਾ। ਚਾਹੇ ਪਰਮੇਸ਼ਵਰ ਸਾਡੇ ਨਾਲ ਆ, ਚਾਹੇ ਰੱਬ ਨੇ ਸਾਨੂੰ ਬਰੀ ਕਰਤਾ ਕਿਉਂਕਿ ਅਸੀਂ ਜੀਸਸ ਨੂੰ ਮੰਨਿਆ। ਰੱਬ ਕਹਿੰਦਾ ਤੁਸੀਂ ਨਿਰਦੋਸ਼ ਆ, ਮੈਂ ਤੁਹਾਨੂੰ ਮਾਫ ਕਰਤਾ। ਤਾਂ ਵੀ ਚਾਹੇ ਰੱਬ ਨੇ ਮਾਫ ਕੀਤਾ, ਰੱਬ ਨੇ ਬਰੀ ਕਰ ਦਿੱਤਾ ਸਾਨੂੰ, ਚਾਹੇ ਰੱਬ ਸਾਡੇ ਨਾਲ ਆ, ਪਰ ਫਿਰ ਵੀ ਸਾਨੂੰ ਦੁੱਖ ਤਕਲੀਫਾਂ ਬਿਪਤਾ ਰਾਹੀਂ ਜਾਣਾ ਪੈਣਾ। ਕਈ ਲੋਕੀ ਸੋਚਦੇ ਮੈਂ ਜੀਸਸ ਨੂੰ ਮੰਨਦਾ, ਮੇਰੀ ਜ਼ਿੰਦਗੀ ਬਹੁਤ ਚੰਗੀ ਹੋ ਜਾਣੀ, ਸਾਰੀਆਂ ਦੁੱਖ ਤਕਲੀਫਾਂ ਉੜ ਜਾਣੀਆਂ, ਪਰ ਇਹ ਸੱਚ ਨਹੀਂ ਹੈ। ਸੰਤਾਂ ਨੂੰ ਦੁੱਖ ਭੋਗਣਾ ਪਿਆ। ਜਿੰਨੇ ਪੈਗੰਬਰ ਆਏ ਉਹਨਾਂ ਨੂੰ ਵੀ ਦੁੱਖ ਭੋਗਣਾ ਪਿਆ। ਪਰਮੇਸ਼ਵਰ ਦਾ ਪੁੱਤਰ ਜੀਸਸ ਆਇਆ ਜਗਤ ਦੇ ਵਿੱਚ, ਉਹਨੂੰ ਵੀ ਦੁੱਖ ਭੋਗਣਾ ਪਿਆ, ਕਿਉਂਕਿ ਜਿੰਨਾ ਚਿਰ ਤੁਸੀਂ ਇਸ ਦੁਨੀਆ ਦੇ ਵਿੱਚ ਆ, ਇਹ ਦੁਨੀਆ ਤੁਹਾਡਾ ਘਰ ਨਹੀਂ ਆ, ਤੁਹਾਨੂੰ ਦੁੱਖਾਂ ਦੇ ਰਾਹੀਂ ਜਾਣਾ ਪੈਣਾ। ਚਾਹੇ ਰੱਬ ਤੁਹਾਡੇ ਨਾਲ ਆ, ਚਾਹੇ ਰੱਬ ਨੇ ਤੁਹਾਨੂੰ ਮਾਫ ਵੀ ਕਰਤਾ, ਪਰ ਜਿੰਨਾ ਚਿਰ ਤੁਸੀਂ ਦੁਨੀਆ ਵਿੱਚ ਆ, ਤੁਹਾਡਾ ਸਿਰ ਦੁਖੂਗਾ, ਜ਼ੁਕਾਮ ਹੋਊਗਾ, ਤੁਸੀਂ ਬਿਮਾਰ ਵੀ ਹੋਵੋਗੇ, ਕਿਉਂਕਿ ਤੁਸੀਂ ਦੁਨੀਆ 'ਚ ਆ। ਜੀਸਸ ਖਾਤਰ ਲੋਕ ਤੁਹਾਨੂੰ ਤੰਗ ਕਰਨਗੇ, ਦੁੱਖ ਵੀ ਆਉਣਗੇ। ਉਹਦਾ ਮਤਲਬ ਇਹ ਨਹੀਂ ਕਿ ਰੱਬ ਤੁਹਾਡੇ ਨਾਲ ਨਹੀਂ ਆ, ਉਹ ਇਸ ਕਰਕੇ ਤੁਸੀਂ ਰੱਬ ਦੇ ਸਵਰਗ ਤੋਂ ਦੂਰ ਆ, ਹਜੇ ਦੁਨੀਆ ਵਿੱਚ ਆ। ਤੇ ਇਸ ਦੁਨੀਆ ਦਾ ਰਾਜਾ ਕੌਣ ਆ? ਸ਼ੈਤਾਨ। ਇਸ ਕਰਕੇ ਸਾਰਿਆਂ ਨੂੰ ਦੁੱਖਾਂ ਰਾਹੀਂ ਜਾਣਾ ਪਊ। ਜੀਸਸ ਵੀ ਦੁੱਖਾਂ ਤਕਲੀਫਾਂ ਦੇ ਰਾਹੀਂ ਗਏ। ਫਿਰ ਉਹ ਤੋਂ ਉੱਤੇ ਸਾਨੂੰ ਲੜਨਾ ਪੈਂਦਾ। ਸਾਡੀ ਲੜਾਈ ਸਾਡੇ ਸਰੀਰ ਨਾਲ,
कि साडा शरीर कई बारी साडे अंदर ख्वाहिशां पैदा करता वो चीज़ां करन नूं जो सही नहीं। सो सानू अपनियां आदतां दे खिलाफ, अपनियां सोचां दे खिलाफ, अपनियां ख्वाहिशां खिलाफ लड़ना पैंदा। फिर साडी लड़ाई दुनिया दे नाल आ। दुनिया दे मौज मेलियां तो सानू दूर रहना पैंदा, दुनिया दीयां चीज़ां तो सानू दूर रहना पैंदा। फिर साडी लड़ाई शैतान दे नाल आ, क्योंकि शैतान उड़ता रब दे लोकां खिलाफ उन्हां नूं गलत राहे लिजाण लई जां रब तो दूर करन लई। पर शांति की गल यह है कि जीसस विच साडी जित पक्की है। चाहे असीं दुखां च जांदे, तकलीफां च जांदे, चाहे असीं शरीर खिलाफ लड़दे, शैतान खिलाफ लड़दे, पर अंत दे विच साडी जित है। अते ये जिहड़ी जित है गारंटी है, पक्की जित है, क्योंकि असीं जीसस विच भरोसा रखिया। पवित्र आत्मा साडी मदद करता है, साडे जानन लई वो सानू जान पहचान लियांदा। संत दसदी कि पवित्र आत्मा साडा दिमाग खोलता समझण लई कि जिहड़े दुख है थोड़े चिर लई है। जदों दुख आण ये सोचो सिर्फ थोड़े चिर लई है। सानू जानन लई कि ये दुख वो महिमा मोहरे जो रब ने तुहाडे लई रखिया कुछ नहीं। पवित्र आत्मा साडी मदद करता है, ताही तो रब पवित्र आत्मा सानू दिंदा। नूं पता सी अंदरों कई बारी डिगना, साडा हौसला भी डिगना, कदे कदे साडा विश्वास भी डिगना, पर रब साडी अंदर आत्मा दिंदा जिहड़ा कि सानू हौसला दिंदा, दिलासा दिंदा, ताकत दिंदा, साडी मदद करदा। पवित्र आत्मा साडी मदद करता है ये जानन लई कि असीं अपने दुखां च कल्ले नहीं हां, वो साडे नाल है। जीसस ने वचन दिता, उसने कहा मैं तुहानू कदे नहीं छड्डूंगा। जदों साडे ते दुख तकलीफ आउंदे आ, सानू लगदा मैं कल्ला हां, मेरा टब्बर मेरे नाल नहीं, नियाणियां दे हुंदे होए मैं कल्ला हां। कई बारी लगदा तकलीफां राही मैं कल्ला जा रहा, ये बोझ मेरे लिए भारा है। पर पवित्र आत्मा मदद करती सानू दस्सण लई, देख तू कल्ला नहीं है। चाहे तेरे दोस्त छड़ के चले गए, चाहे तेरी औलाद भी तेरे नाल खड़े ना, चाहे तेरी आप भी या तीवी नाल ना खड़े, मापे नाल ना खड़, भैन भरा नाल ना खड़न, चाहे चर्च भी नाल ना खड़े, रब तुहाडे नाल खड़दा है। जीसस ने की किया? उसने अपने लोगों को कहा जदों पता सी कि हुण उहदा टाइम आया सलीब ते मरण लई, वो की कहंदा अपने सेवकां नूं, तुसीं सारिआं ने मैनूं छड्ड के नट जाना। वो की कहंदा मैं कल्ले ने रह जाना, पर जीसस कहंदा मैं कल्ला नहीं हां, मेरा पिता मेरे नाल है। सो पवित्र आत्मा साडी मदद करता है ये जानन लई कि असीं दुखां विच कल्ले नहीं हां, वो साडे नाल है जिहड़ा साडी मदद करदा। शैड्रक, मीशक, अबेदनीगो नूं नेबुकदनेस्सर दे राज समय एक कहानी असीं सारे जाण, जिन्हों अग दे विच सट्टिया गया, क्योंकि तिन्ना बंदियां ने मूर्ति मोहरे निभण तो मना किया। वो सोचते सी वो कल्ले आ, सारे इन्हां दे खिलाफ सी, अपने मुल्क च नहीं रहिंदे, बैबीलोन जिहड़ा कि हुण इराक है उत्थे रहिंदे सी, क्योंकि कैदी बना के उत्थे ले जाए गए सी नेबुकदनेस्सर राजे द्वारा। तो राजे ने कहा जे तुसीं मूर्ति मोहरे नहीं निभोगे मैं तुहानूं भट्ठी विच सिटूंगा। वो मूर्ति मोहरे नहीं निभे, जिहड़ी मूर्ति नेबुकदनेस्सर बैबीलोन दे राजे ने बनाई, उन्होंने अग दे विच सुट्टिया गया। पर बाइबल दसदी देखण नूं कल्ले सीगे 3 जणे, पर जदों राजा देखदा उत्थे 3 नहीं 4 बंदे आ। पर पहला 4 नसू 3 सीगे, पर अग दे विच 4 आ। उहदा मतलब दुखां च रब उत्थे होऊगा। वो कहंदा जदों उसने देखिया, उहदा रूप रब दे पुੱਤ वर्गा,
कि जीसस आप उस अग दे विच आया, उसने अपने सेवकां नूं कल्ले नहीं छड्डिया। बाइबल दसदी अग ठंडी हो गई कि अग बलदी, सेक आउंदा, जिहड़ी शैड्रक मीशक नूं अग दे विच सट्टिया ਉਹ भी जल गए ताव नाल। पर ਇਹ ਤਿੰਨ ਬੰਦੇ शैड्रक मीशक अबेदनीगो नहीं चढ़े, क्योंकि उन्हां दे इस तरह अग सी जिस तरह ठंड हुंदी है। क्योंकि पवित्र आत्मा सानूं दसदी दुखां विच मैं कल्ला नहीं, मैं दो आ, कि मेरे नाल ओहदी आत्मा, चाहे मापे होर कोई नहीं, पर ਉਹ मेरे नाल है। डैनियल नूं शेरां दे गुफा विच सिटिया, परमेश्वर उत्थे सी, शेरां दे मुंह बंद कीते। सो पवित्र आत्मा सानू बार बार दसदी, लुक तुसी कल्ले नहीं हो, तुसी रब ते तवार कर सकदे हो, तुहाडा बाप है, कहंदा मैं कल्ले तुहानू नहीं छड्डूंगा। ਉਹ ਕਿਦਾਂ ਦਾ ਪਿਆ ਜਿਹੜਾ ਆਪਣੇ ਪੁੱਤ ਧੀਆਂ ਨੂੰ ਸ਼ੇਰਾਂ ਮੋਰੇ ਕੱਲਿਆਂ ਨੂੰ ਛੱਡ ਕੇ ਨੱਠ ਜਾਵੇ। ਜੀਸਸ ਕਹਿੰਦਾ ਨਹੀਂ, ਉਹ ਕਹਿੰਦਾ ਮੈਂ ਚੰਗਾ ਚਰਵਾਹਾ, ਜਦੋਂ ਬਗਿਆੜ ਆਉਂਦੇ ਮੈਂ ਨੱਠੂੰਗਾ ਨਹੀਂ, ਮੈਂ ਭੇਡਾਂ ਲਈ ਕੀ ਕਹਿੰਦਾ ਆਪਣੀ ਜਾਨ ਵੀ ਦੇ ਦਿੰਦਾ। ਕਿ ਅਸੀਂ ਇਤਵਾਰ ਕਰ ਸਕਦੇ ਕਿ ਦੁੱਖਾਂ ਵਿੱਚ ਜੀਸਸ ਉੱਥੇ ਹੋਊਗਾ। ਸੋ ਜਦੋਂ ਤੁਸੀਂ ਦੁੱਖ ਤਕਲੀਫ ਭੋਗੋ, ਇਦਾਂ ਮਹਿਸੂਸ ਕਰੋ ਜਿੱਦਾਂ ਮੈਂ ਕੱਲਾ ਹੀ ਕੱਲਾ ਹਾਂ। ਯਾਦ ਰੱਖੋ ਤੁਸੀਂ ਇੱਕ ਨਹੀਂ ਦੋ ਆ, ਤੁਹਾਡੇ ਨਾਲ ਪਵਿੱਤਰ ਆਤਮਾ ਹੈ ਜਿਹੜਾ ਕਿ ਭੇਜਿਆ ਗਿਆ ਤੁਹਾਡੀ ਮਦਦ ਕਰਨ ਨੂੰ, ਤੁਹਾਨੂੰ ਹੌਸਲਾ ਦਿਲਾਸਾ ਦੇਣ ਨੂੰ। ਕੱਲੀ ਪਵਿੱਤਰ ਆਤਮਾ ਨਹੀਂ, ਜੀਸਸ ਪਵਿੱਤਰ ਆਤਮਾ ਦੇ ਰਾਹੀਂ ਤੁਹਾਡੇ ਨਾਲ ਆ। ਕੱਲਾ ਜੀਸਸ ਨਹੀਂ ਬਲਕਿ ਉਹਦੇ ਫਰਿਸ਼ਤੇ ਵੀ, ਬਾਈਬਲ ਕੀ ਕਹਿੰਦੀ ਹੈ, ਸੰਤਾਂ ਦੀ ਮਦਦ ਲਈ ਉਹ ਭੇਜੇ ਜਾਂਦੇ ਆ, ਕਿ ਰੱਬ ਦੇ ਫਰਿਸ਼ਤੇ ਵੀ ਤੁਹਾਡੇ ਨਾਲ ਆ। ਅਤੇ ਫਿਰ ਇਹ ਆ ਕਿ ਜੇ ਪਵਿੱਤਰ ਆਤਮਾ ਸਾਡੀ ਮਦਦ ਕਰਦਾ ਜਦੋਂ ਅਸੀਂ ਪ੍ਰਾਰਥਨਾ ਨਹੀਂ ਕਰ ਸਕਦੇ। ਜਦੋਂ ਅਸੀਂ ਪ੍ਰਾਰਥਨਾ ਨਹੀਂ ਕਰ ਸਕਦੇ, ਪਵਿੱਤਰ ਆਤਮਾ ਕਮਜ਼ੋਰੀ ਵਿੱਚ ਸਾਡੀ ਮਦਦ ਕਰਦਾ। ਕਈ ਵਾਰੀ ਅਸੀਂ ਇੰਨੇ ਦੁੱਖਾਂ ਦੇ ਵਿੱਚ ਪਹਾੜ ਥੱਲੇ ਹੁੰਦੇ ਕਿ ਸਾਨੂੰ ਨਹੀਂ ਪਤਾ ਰੱਬ ਨੂੰ ਕਹਿਣਾ ਕੀ ਹੈ। ਸਾਡਾ ਮੂੰਹ ਬੰਦ ਹੋ ਜਾਂਦਾ, ਜ਼ਬਾਨ ਥਤਲਾਉਂਦੀ ਕਿ ਰੱਬ ਅੜਨਾ, ਮੈਨੂੰ ਨਹੀਂ ਪਤਾ ਮੈਂ ਕੀ ਕਰਾਂ। ਮੂੰਹ 'ਚ ਕੋਈ ਪ੍ਰਾਰਥਨਾ ਨਹੀਂ, ਮਨ ਕਮਜ਼ੋਰ ਆ ਜਾਂ ਦੁੱਖਾਂ ਵਿੱਚ ਆ ਕਿ ਮੂੰਹ 'ਚ ਪ੍ਰਾਰਥਨਾ ਵੀ ਨਹੀਂ ਰਹਿੰਦੀ। ਰੱਬ ਤੁਹਾਨੂੰ ਫਿਰ ਵੀ ਨਹੀਂ ਛੱਡਦਾ। ਉਹਦੀ ਪਵਿੱਤਰ ਆਤਮਾ ਉਸ ਵੇਲੇ ਤੁਹਾਡੀ ਮਦਦ ਕਰੂ ਪ੍ਰਾਰਥਨਾ ਕਰਨ ਲਈ। ਤਾਂ ਜਿਹੜੀ ਗੱਲ ਤੁਹਾਡਾ ਮੂੰਹ ਨਹੀਂ ਕਹਿ ਸਕਦਾ, ਜੋ ਤੁਹਾਡੀ ਜ਼ਬਾਨ ਨਹੀਂ ਬੋਲ ਸਕਦੀ, ਉਹ ਪਵਿੱਤਰ ਆਤਮਾ ਤੁਹਾਡੀ ਪ੍ਰਾਰਥਨਾ ਲਿਜਾ ਕੇ परमेश्वर मोरे पेश करो। वो लफ्ज जो मैं तो कह नहीं होंगे, वो प्रार्थना जो मैं तो बोल नहीं होंगी, वो हूंगड़ा जो मेरे दिल दे विच, आत्मा जो मेरी होंके भरती, पवित्र आत्मा वही होंके, वही हूंगड़ा, वो बचन जो मैं कह नहीं सकता, वो प्रार्थना आप मेरे लिए रब मोरे पेश करूंगी। पवित्र आत्मा मेरी कमजोरी दे विच मेरी मदद करती है। अज मेरे सुनने वाले हो, पवित्र आत्मा थोड़ी मदद कर। अज भी परमेश्वर थानू अपने पुत धीआं बनाने चाहता। अज तुसी जीसस ते यकीन करो, मनो कि वह परमेश्वर का बेटा है। हे सुनने वाले हो, तुसी जिथे भी हैं उथे खड़ के जीसस मूहरे प्रार्थना कर सकते। वो अज थानू अपने पुत धीआं बनाने चाहते। अपने दिलों प्रार्थना करो, जीसस मैं मानदा तुसी परमेश्वर दे बेटे हो। जीसस मैं मानदा तुसी मेरे खातर क्रॉस ते मरे। मैं मानदा तुसी मेरे पापां दी कीमत तारी। परमेश्वर मैनू माफ कर। मैं मानदा मैं गलतियां कीतियां। मैं मानदा प्रभु थानू मैं नाराज किया, जमीन स्वर्ग खिलाफ पाप किया। परमेश्वर मेरी आत्मा नू बचा, आने वाले रब दे क्रोध तो, नरकां दियां लाटां तो मैनू बचा। परमेश्वर मैनू मुक्ति दे। अज मेरी आत्मा नू जीवन दे, मेरी मर रही रूह नू फिर तू जीना कर जीसस नाम द्वारा।
परमेश्वर थोड़ी पवित्र आत्मा आवे, पवित्र आत्मा का बपतिस्मा देवे। प्रभु सारियां ते थोड़ी आत्मा की शक्ति आवे। जिस तरह प्रभु असी प्रार्थना करते हैं, अपना हाथ सारियां ते रखना जीसस नाम द्वारा। साडे पिता जो स्वर्ग विच हो, थोड़ा नाम पवित्र मन्निया जाए, थोड़ा राज आवे, थोड़े हुक्मां ते चलिया जाए, जमीन ते जिस तरह स्वर्ग विच है। परमेश्वर सानू अज दा खाना दे, साडे पापां नू माफ करो, असी सारियां नू माफ कर दे। जिन्नी साडे खिलाफ पाप कीते, सानू परीक्षा विच पैण तो बचाओ, बुराइयां तो बचाओ। थोड़ा है राज, महिमा, शक्ति साडे प्रभु जीसस द्वारा आ